प्यारे बच्चों, ਅੱਜ ਅਸੀਂ ਤੁਹਾਨੂੰ 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦਾ ਭਾਗ ਪਹਿਲਾ ਭੂਗੋਲ ਦਾ ਪਾਠ ਨੰਬਰ 1 ਸਾਧਨ ਕਿਸਮਾਂ ਅਤੇ ਸਾਂਭ ਸੰਭਾਲ ਦੇ ਕਿਸਮਾਂ ਦੇ ਬਾਰੇ ਵਿੱਚ ਸਮਝਾਉਣ ਜਾ ਰਹੇ ਹਾਂ। ਪਿਛਲੀ ਵਾਰ ਅਸੀਂ ਤੁਹਾਨੂੰ ਸਾਧਨ ਦੇ ਬਾਰੇ ਵਿੱਚ ਦੱਸਿਆ ਸੀ ਕਿ ਸਾਧਨ ਕੀ ਹੁੰਦੇ ਹਨ, ਇਹਨਾਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ, ਕਿਹੜੇ-ਕਿਹੜੇ ਉਦਯੋਗਾਂ ਦੇ ਵਿੱਚ ਕੀਤਾ ਜਾਂਦਾ ਹੈ ਜਾਂ ਸਾਧਨ ਕਿਹੜੇ ਰੂਪਾਂ ਵਿੱਚ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੀਆਂ ਕਿਸਮਾਂ ਦਾ ਵਰਣਨ ਕਰਵਾਵਾਂਗੇ। ਤਾਂ ਬੱਚਿਓ ਸ਼ੁਰੂ ਕਰਦੇ ਹਾਂ ਪੇਜ ਨੰਬਰ 1 ਤੋਂ। ਇਸ ਦੀਆਂ ਕਿਸਮਾਂ। ਸਾਧਨ ਕਿਸਮਾਂ ਕੁਦਰਤੀ ਜਾਂ ਗੈਰ ਕੁਦਰਤੀ ਸਾਧਨਾਂ ਦੀਆਂ ਕਈ ਕਿਸਮਾਂ ਹਨ। ਇਹਨਾਂ ਸਾਧਨਾਂ ਨੂੰ ਜੀਵਨ ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਤੇ ਵਰਤੋਂ ਦੇ ਆਧਾਰ 'ਤੇ ਅੱਗੇ ਲਿਖੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਮਤਲਬ ਕਿ ਇਹ ਕੁਦਰਤੀ ਅਤੇ ਗੈਰ ਕੁਦਰਤੀ ਨੂੰ ਅੱਗੇ ਕਈ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਹੜੇ ਕਿ ਮਨੁੱਖ ਦੇ ਜੀਵਨ ਵਿੱਚ ਉਸ ਦੀ ਹੋਂਦ ਨੂੰ ਬਣਾਈ ਰੱਖਣ ਦੇ ਲਈ, ਉਸ ਦੇ ਜੀਵਨ ਵਿੱਚ ਪ੍ਰਾਪਤੀਆਂ ਦੇ ਲਈ ਸਹਾਇਕ ਸਿੱਧ ਹੁੰਦੀ ਹੈ। ਤਾਂ ਇਸ ਦੀਆਂ ਜਿਹੜੀਆਂ ਕਿਸਮਾਂ ਹਨ ਉਹ ਪੇਜ ਨੰਬਰ 2 'ਤੇ ਸ਼ੁਰੂ ਹੁੰਦੀਆਂ ਹਨ, ਜਿਸ ਦਾ ਨੰਬਰ 1 ਹੈਗਾ ਜੀਵ ਅਤੇ ਨਿਰਜੀਵ ਸਾਧਨ, ਨੰਬਰ 2 ਹੈਗਾ ਵਿਕਸਿਤ ਅਤੇ ਸੰਭਾਵਿਤ ਸਾਧਨ, ਨੰਬਰ 3 ਹੈਗਾ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਨੰਬਰ 4 ਹੈਗਾ ਮਿੱਟੀ ਅਤੇ ਭੂਮੀ ਸਾਧਨ, ਨੰਬਰ 5 ਹੈਗਾ ਸਮੁੰਦਰੀ ਅਤੇ ਖਣਿਜ ਸਾਧਨ ਅਤੇ ਨੰਬਰ 6 ਹੈਗਾ ਮਨੁੱਖੀ ਸਾਧਨ। ਇਹ ਸਾਧਨ ਦੀਆਂ 6 ਕਿਸਮਾਂ ਹਨ, ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲੀਆਂ 3 ਕਿਸਮਾਂ ਦਾ ਵਰਣਨ ਤੁਹਾਨੂੰ ਅੱਜ ਕਰਵਾਵਾਂਗੇ ਅਤੇ ਅਗਲੀਆਂ 4 ਤੋਂ 6 3 ਕਿਸਮਾਂ ਦਾ ਵਰਣਨ ਅਗਲੀ ਵਾਰ ਦੇ ਵਿੱਚ ਦੱਸਿਆ ਜਾਏਗਾ। ਕਿਸਮਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕੁਦਰਤੀ ਸਾਧਨਾਂ ਦੇ ਚਿੱਤਰ ਵਿਖਾਉਣਾ ਚਾਹੁੰਦੀ ਹਾਂ। ਤਾਂ ਬੱਚਿਓ ਦੇਖਿਓ, ਟਾਈਪਸ ਆਫ ਨੈਚੁਰਲ ਰਿਸੋਰਸ, ਮਤਲਬ ਕਿ ਕੁਦਰਤੀ ਸਾਧਨਾਂ ਦੀਆਂ ਕਿਸਮਾਂ, ਜਿਹਦੇ ਵਿੱਚ ਪਹਿਲੇ 'ਤੇ ਦਿੱਤਾ ਗਿਆ ਹੈ ਵੈਜੀਟੇਸ਼ਨ। ਵੈਜੀਟੇਸ਼ਨ ਹੁੰਦਾ ਹੈ ਸਾਡੀ ਵਨਸਪਤੀ। ਨੰਬਰ 2 'ਤੇ ਹੈ ਐਨੀਮਲਸ, ਸਾਡੇ ਜਾਨਵਰ ਪਾਲਤੂ ਵੀ ਹੋ ਸਕਦੇ ਹਨ ਅਤੇ ਜੰਗਲੀ ਵੀ ਹੋ ਸਕਦੇ ਹਨ। ਨੰਬਰ 3 'ਤੇ ਹੈ ਸੋਇਲ, ਮਿੱਟੀ, ਜਿਸ ਦੇ ਵਿੱਚ ਅਨਾਜ, ਫਸਲਾਂ, ਪੇੜ ਪੌਦੇ ਉਗਾਏ ਜਾਂਦੇ ਹਨ। ਨੰਬਰ 4 'ਤੇ ਹੈ ਮਿਨਰਲਸ, ਖਣਿਜ ਪਦਾਰਥ, ਕੋਇਲਾ, ਲੋਹਾ, ਪੈਟਰੋਲੀਅਮ, ਸੋਨਾ, ਚਾਂਦੀ ਆਦਿ। ਨੰਬਰ 5 'ਤੇ ਹੈ ਵਾਟਰ, ਪਾਣੀ, ਮਤਲਬ ਕਿ ਇਹ ਸੀ ਸਾਡੇ ਕੁਦਰਤੀ ਸਾਧਨ। ਮੈਂ ਤੁਹਾਨੂੰ ਇੱਕ ਹੋਰ ਚਿੱਤਰ ਵਿਖਾਉਣਾ ਚਾਹਾਂਗੀ, ਜਿਨ੍ਹਾਂ ਕੁਦਰਤੀ ਚੀਜ਼ਾਂ ਦੇ ਸਹਾਰੇ ਮਨੁੱਖ ਨੇ ਉਹਨਾਂ ਤੋਂ ਹੋਰ ਕਈ ਸਾਧਨ ਪੈਦਾ ਕੀਤੇ, ਹੋਰ ਚੀਜ਼ਾਂ ਬਣਾਈਆਂ, ਮਤਲਬ ਕਿ ਮੈਨ ਮੇਡ, ਮਨੁੱਖ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ, ਜਿਹਦੇ ਉੱਪਰ ਲਿਖਿਆ ਹੋਇਆ ਹੈ ਨੈਚੁਰਲ ਐਂਡ ਮੈਨ ਮੇਡ ਰਿਸੋਰਸਿਸ। ਉਹਦੇ ਇੱਕ ਸਾਈਡ 'ਤੇ ਨੈਚੁਰਲ ਰਿਸੋਰਸ ਹਨ ਅਤੇ ਉਹਦੇ ਇੱਕ ਸਾਈਡ 'ਤੇ ਮੈਨ ਮੇਡ ਰਿਸੋਰਸ ਹਨ। ਮਤਲਬ ਕਿ ਇੱਕ ਸਾਈਡ 'ਤੇ ਕੁਦਰਤੀ ਸਾਧਨ ਹਨ ਅਤੇ ਉਹਨਾਂ ਕੁਦਰਤੀ ਸਾਧਨਾਂ ਤੋਂ ਮਨੁੱਖ ਨੇ ਜੋ ਆਪ ਬਣਾਇਆ ਹੈ। ਨੰਬਰ 1 'ਤੇ ਹੈ ਰਬੜ, ਅਤੇ ਇਸ ਤੋਂ ਮਨੁੱਖ ਨੇ ਬਣਾਇਆ ਟਾਇਰਸ, ਜੋ ਸਾਡੇ ਗੱਡੀਆਂ ਵਾਹਨਾਂ ਦੇ ਵਿੱਚ ਪ੍ਰਯੋਗ ਕੀਤੇ ਜਾਂਦੇ ਹਨ। ਨੰਬਰ 2 'ਤੇ ਹੈ ਵੁੱਡ, ਲੱਕੜ, ਜਿਸ ਤੋਂ ਮਨੁੱਖ ਨੇ ਬਹੁਤ ਸਾਰਾ ਫਰਨੀਚਰ ਬਣਾਇਆ। ਨੰਬਰ 3 'ਤੇ ਹੈ ਮੈਟਲ, ਧਾਤੂ, ਜਿਸ ਤੋਂ ਮਨੁੱਖ ਨੇ ਬਰਤਨ ਬਣਾਉਣੇ ਸ਼ੁਰੂ ਕੀਤੇ। ਨੰਬਰ 4 'ਤੇ ਹੈ ਸੈਂਡ, ਰੇਤ, ਜਿਸ ਤੋਂ ਮਨੁੱਖ ਨੇ ਬਹੁਤ ਸਾਰੇ ਮਿੱਟੀ ਦੇ ਮਸ਼ੀਨਾਂ ਦੇ ਰਾਹੀਂ ਬਣਨ ਵਾਲੇ ਬਰਤਨ ਤਿਆਰ ਕੀਤੇ। ਨੰਬਰ 5 'ਤੇ ਹੈ ਕੋਪਰ, ਤਾਂਬਾ, ਜਿਸ ਤੋਂ ਮਨੁੱਖ ਨੇ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਮਤਲਬ ਇਹ ਉਹ ਕੁਦਰਤੀ ਸਾਧਨ ਸਨ ਜਿਨ੍ਹਾਂ ਦੇ ਸਹਾਰੇ ਮਨੁੱਖ ਨੇ ਹੋਰ ਕਈ ਸਾਧਨ ਪੈਦਾ ਕੀਤੇ, ਚੀਜ਼ਾਂ ਬਣਾਈਆਂ। ਤਾਂ ਬੱਚਿਓ ਅਸੀਂ ਹੁਣ ਅੱਗੋਂ ਸ਼ੁਰੂ ਕਰਦੇ ਹਾਂ ਨੰਬਰ 1 ਜੀਵ ਅਤੇ ਨਿਰਜੀਵ ਸਾਧਨ। ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਹੀ ਨਿਰਭਰ ਹਨ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ। ਇਹ ਸਾਧਨ ਸਾਡੇ ਉਦਯੋਗਾਂ ਵਾਸਤੇ ਕੱਚਾ ਮਾਲ ਪ੍ਰਦਾਨ ਕਰਦੇ ਹਨ। ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ, ਕਿਉਂਕਿ ਇਹ ਪੌਦਿਆਂ ਅਤੇ ਜੀਵਾਂ ਤੋਂ ਪੈਦਾ ਹੋਏ ਹਨ। ਮਤਲਬ ਕਿ ਜੀਵ ਸਾਧਨ ਕਿਹੜੇ ਹੁੰਦੇ ਹਨ? ਜਿਹੜੇ ਜਾਨਦਾਰ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ, ਮਤਲਬ ਕਿ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ। ਅਤੇ ਸੰਸਾਰ ਮਤਲਬ ਪੂਰੀ ਦੁਨੀਆ ਦਾ, ਵਿਸ਼ਵ ਦਾ ਜਿਹੜਾ 85% ਅੰਨ ਹੈਗਾ, ਭੋਜਨ ਹੈਗਾ, ਸਾਨੂੰ ਇਹਨਾਂ ਹੀ ਜੀਵ ਸਾਧਨਾਂ ਤੋਂ ਮਿਲਦਾ ਹੈ। ਜੀਵ ਜੰਤੂ ਅਤੇ ਪੌਦੇ ਹੀ ਜੀਵ ਸਾਧਨ ਅਖਵਾਉਂਦੇ ਹਨ। ਅਸੀਂ ਇਹਨਾਂ ਨੂੰ ਹੀ ਆਪਾਂ ਕੀ ਕਹਿੰਦੇ ਹਾਂ? ਜੀਵ ਸਾਧਨ ਕਹਿੰਦੇ ਹਾਂ। ਇਹ ਸਾਡੇ ਉਦਯੋਗਾਂ ਦੇ ਲਈ ਸਾਨੂੰ ਕੱਚਾ ਮਾਲ ਵੀ ਪ੍ਰਦਾਨ ਕਰਦੇ ਹਨ ਅਤੇ ਕੋਲਾ ਅਤੇ ਤੇਲ ਇਹਨਾਂ ਜੀਵ ਸਾਧਨਾਂ ਤੋਂ ਹੀ ਸਾਨੂੰ ਪ੍ਰਾਪਤ ਹੁੰਦੇ ਹਨ,
मतलब कि ਇਹ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ ਅਤੇ ਇਹਨਾਂ ਨੂੰ ਬਣਨ ਦੇ ਵਿੱਚ ਬਹੁਤ ਇੱਕ ਲੰਬੀ ਕਿਰਿਆ ਹੁੰਦੀ ਹੈ, ਕਈ ਲੱਖਾਂ ਸਾਲਾਂ ਦੀ ਕਿਰਿਆ ਹੁੰਦੀ ਹੈ, ਫਿਰ ਇਹ ਹੋਂਦ ਵਿੱਚ ਆਉਂਦੇ ਹਨ। ਬੱਚਿਓ ਅੱਗੇ ਹੈ ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ। ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਆਧਾਰ ਹਨ। ਜੇ ਇਹਨਾਂ ਸਾਧਨਾਂ ਦੀ ਵਰਤੋਂ ਧਿਆਨ ਪੂਰਵਕ ਨਾ ਕੀਤੀ ਜਾਵੇ ਤਾਂ ਇਹ ਜਲਦੀ ਹੀ ਖਤਮ ਹੋ ਸਕਦੇ ਹਨ। ਮਤਲਬ ਕਿ ਇਹ ਕੁਦਰਤ ਤੋਂ ਮਿਲਣ ਵਾਲੀਆਂ ਉਹ ਨਿਰਜੀਵ ਵਸਤੂਆਂ ਹਨ, ਮਤਲਬ ਕਿ ਇਹਨਾਂ ਵਿੱਚ ਜਾਨ ਹੁੰਦੀ ਨਹੀਂ, ਪਰ ਮਨੁੱਖ ਇਹਨਾਂ ਨੂੰ ਉਦਯੋਗਾਂ ਵਿੱਚ ਪ੍ਰਯੋਗ ਕਰਕੇ ਇਹਨਾਂ ਵਿੱਚ ਜਾਨ ਪੈਦਾ ਕਰ ਦਿੰਦਾ ਹੈ। ਇਹ ਵੀ ਸਾਡੇ ਉਦਯੋਗਾਂ ਦਾ ਆਧਾਰ ਹਨ, ਜਿਵੇਂ ਖਣਿਜ ਪਦਾਰਥ, ਸੂਰਜ, ਪਾਣੀ ਆਦਿ। ਇਹਨਾਂ ਸਾਧਨਾਂ ਦੀ ਵਰਤੋਂ ਨੂੰ ਧਿਆਨ ਦੇ ਨਾਲ, ਧਿਆਨਪੂਰਵਕ ਹੁੰਦਾ ਹੈ, ਧਿਆਨ ਦੇ ਨਾਲ ਜੇ ਇਸਤੇਮਾਲ ਨਾ ਕੀਤਾ ਗਿਆ ਤਾਂ ਇਹ ਜਲਦੀ ਹੀ ਖਤਮ ਹੋ ਜਾਣਗੇ। ਤਾਂ ਇਹਨਾਂ ਨੂੰ ਉਪਯੋਗ ਕਰਨ ਤੋਂ ਪਹਿਲਾਂ ਇਹ ਸੋਚਣਾ ਹੋਵੇਗਾ ਕਿ ਇਹਨਾਂ ਨੂੰ ਜ਼ਰੂਰਤ ਦੇ ਅਨੁਸਾਰ ਹੀ ਵਰਤੋਂ ਵਿੱਚ ਲਿਆਂਦਾ ਜਾਵੇ, ਇਹਨਾਂ ਨੂੰ ਅਜਾਈ ਨਾ ਜਾਣ ਦਿੱਤਾ ਜਾਏ, ਜਿੰਨੀ ਲੋੜ ਹੈ ਓਨਾ ਹੀ ਇਹਨਾਂ ਦਾ ਇਸਤੇਮਾਲ ਕੀਤਾ ਜਾਏ। ਤਾਂ ਬੱਚਿਓ ਮੈਂ ਤੁਹਾਨੂੰ ਇਹਨਾਂ ਸਾਧਨਾਂ ਦਾ ਵੀ ਇੱਕ ਚਿੱਤਰ ਵਿਖਾਉਣਾ ਚਾਹਾਂਗੀ। ਜੀਵ ਅਤੇ ਨਿਰਜੀਵ ਸਾਧਨ, ਬਾਇਓਟਿਕ ਵਰਸਸ ਅਬਾਇਓਟਿਕ ਫੈਕਟਰਸ, ਜਿਹਦੇ ਪਾਸੇ ਇੱਕ ਪਾਸੇ ਲਿਖਿਆ ਹੋਇਆ ਹੈ ਲਿਵਿੰਗ ਅਤੇ ਇੱਕ ਪਾਸੇ ਲਿਖਿਆ ਹੋਇਆ ਹੈ ਨੋਨ ਲਿਵਿੰਗ। ਲਿਵਿੰਗ ਸੰਜੀਵ ਸਾਧਨ, ਨੋਨ ਲਿਵਿੰਗ ਨਿਰਜੀਵ ਸਾਧਨ। ਤਾਂ ਬੱਚਿਓ ਉਹਦਾ ਪਹਿਲਾ ਹੈਗਾ ਪਲਾਂਟਸ, ਮਤਲਬ ਸਾਡੇ ਪੇੜ ਪੌਦੇ। ਉਹਦਾ ਨੰਬਰ 2 ਹੈਗਾ ਐਨੀਮਲਸ, ਮਤਲਬ ਸਾਡੇ ਜਾਨਵਰ। ਨੰਬਰ 3 'ਤੇ ਹੈਗਾ ਫੰਜਾਈ, ਮਤਲਬ ਉੱਲੀ। ਨੰਬਰ 3 'ਤੇ ਹੈਗਾ ਬੈਕਟੀਰੀਆ, ਮਤਲਬ ਜੀਵਾਣੂ। ਅਤੇ ਉਹਦੇ ਦੂਸਰੇ ਪਾਸੇ ਦਿਖਾਏ ਗਏ ਹਨ ਚਿੱਤਰ ਨੋਨ ਲਿਵਿੰਗ ਨਿਰਜੀਵ ਸਾਧਨ। ਵਾਟਰ ਪਾਣੀ, ਸਨਲਾਈਟ ਮਤਲਬ ਸੂਰਜ ਦੀ ਰੋਸ਼ਨੀ, ਸੋਇਲ ਮਤਲਬ ਮਿੱਟੀ, ਏਅਰ ਮਤਲਬ ਹਵਾ, ਟੈਂਪਰੇਚਰ ਮਤਲਬ ਤਾਪਮਾਨ। ਤਾਂ ਬੱਚਿਓ ਇਹ ਸੀ ਜੀਵ ਅਤੇ ਨਿਰਜੀਵ ਸਾਧਨ ਦਾ ਚਿੱਤਰ। ਅਤੇ ਤੁਹਾਨੂੰ ਇਹਨਾਂ ਚਿੱਤਰਾਂ ਦੇ ਵਿੱਚ ਦੇਖਣ ਤੋਂ ਪਤਾ ਲੱਗ ਜਾਏਗਾ ਕਿ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ ਉਹ ਸੰਜੀਵ ਹਨ ਅਤੇ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਪਰ ਜਾਨ ਪੈਦਾ ਕੀਤੀ ਜਾਂਦੀ ਹੈ ਉਹ ਹੈ ਨਿਰਜੀਵ ਸਾਧਨ। ਹੁਣ ਅਸੀਂ ਨੰਬਰ 2 'ਤੇ ਆਉਂਦੇ ਹਾਂ, ਵਿਕਸਿਤ ਅਤੇ ਸੰਭਾਵਿਤ ਸਾਧਨ। ਕੋਈ ਦੇਸ਼ ਕਿੰਨਾ ਕੁ ਅਮੀਰ ਹੈ? ਆਮ ਤੌਰ 'ਤੇ ਉਸ ਦੇਸ਼ ਵਿੱਚ ਸਾਧਨਾਂ ਦੀ ਮੌਜੂਦਗੀ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ। ਇਹ ਸਾਧਨ ਧਰਤੀ ਦੇ ਹੇਠਾਂ ਜਾਂ ਉੱਪਰ ਮੌਜੂਦ ਹੋ ਸਕਦੇ ਹਨ, ਜਿਵੇਂ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ ਧਰਤੀ ਦੇ ਅੰਦਰ ਹੁੰਦੇ ਹਨ, ਜਦਕਿ ਜੰਗਲ, ਪਾਣੀ, ਸੂਰਜੀ ਸ਼ਕਤੀ ਇਹ ਧਰਤੀ ਦੇ ਉੱਪਰ ਮੌਜੂਦ ਹੁੰਦੇ ਹਨ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਕਿ ਕੋਈ ਦੇਸ਼ ਕਿੰਨਾ ਅਮੀਰ ਹੈ, ਇਹ ਇਸ ਦਾ ਅਨੁਮਾਨ ਅਸੀਂ ਉਸ ਦੇਸ਼ ਤੋਂ ਪ੍ਰਾਪਤ ਹੋਣ ਵਾਲੇ ਸਾਧਨਾਂ ਤੋਂ ਲਗਾ ਸਕਦੇ ਹਾਂ। ਅਤੇ ਸਾਡੇ ਦੇਸ਼ ਦੇ ਵਿੱਚ ਜਿਹੜੇ ਖਣਿਜ ਪਦਾਰਥ ਹਨ ਕਿਤੇ ਵੀ ਕੁਝ ਧਰਤੀ ਦੇ ਹੇਠਾਂ ਪਾਏ ਜਾਂਦੇ ਹਨ, ਹੇਠਾਂ ਮਤਲਬ ਧਰਤੀ ਦੇ ਅੰਦਰ ਵਾਲੇ ਹਿੱਸੇ ਤੋਂ ਪਾਏ ਜਾਂਦੇ ਹਨ ਅਤੇ ਕੁਛ ਧਰਤੀ ਦੇ ਉੱਪਰ ਹੁੰਦੇ ਹਨ। ਅਤੇ ਜਿਹੜੇ ਹੇਠਾਂ ਪਾਏ ਜਾਂਦੇ ਹਨ ਉਹ ਹਨ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ। ਅਤੇ ਜਿਹੜੇ ਉੱਪਰ ਹੁੰਦੇ ਹਨ ਜੰਗਲ, ਪਾਣੀ ਅਤੇ ਸੂਰਜੀ ਸ਼ਕਤੀ। ਅਤੇ ਜਿਹੜੇ ਸਾਧਨਾਂ ਦੀ ਵਰਤੋਂ ਕਿਸੇ ਲਾਭ ਲਈ, ਫਾਇਦਾ ਲੈਣ ਦੇ ਲਈ, ਆਰਥਿਕ ਉਦੇਸ਼ ਮਤਲਬ ਪੈਸਾ ਕਮਾਉਣ ਦੇ ਲਈ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਵਿਕਸਿਤ ਸਾਧਨ। ਅੱਗੇ ਹੈਗਾ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਉਹਨਾਂ ਨੂੰ ਸੰਭਾਵਿਤ ਸਾਧਨ ਕਹਿੰਦੇ ਹਨ। ਜਿਵੇਂ ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਵਿਕਸਿਤ ਸਾਧਨ ਅਖਵਾਉਂਦਾ ਹੈ। ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇੱਕ ਸੰਭਾਵਿਤ ਸਾਧਨ ਹੈ, ਜਦਕਿ ਵਰਤਿਆ ਜਾ ਰਿਹਾ ਕੋਲਾ ਇੱਕ ਵਿਕਸਿਤ ਸਾਧਨ ਕਹਾਉਂਦਾ ਹੈ। ਹੁਣ ਉਹਨੇ ਕੀ ਕਿਹਾ ਹੈ, ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਅਸੀਂ ਉਹਨਾਂ ਨੂੰ ਵਰਤੋਂ ਵਿੱਚ ਨਹੀਂ ਲਿਆ ਰਹੇ ਉਹ ਕੀ ਹਨ, ਸੰਭਾਵਿਤ ਸਾਧਨ ਹਨ। ਪਰ ਜਦੋਂ ਅਸੀਂ ਉਹਨਾਂ ਨੂੰ ਵਰਤੋਂ ਵਿੱਚ ਲਿਆ ਕੇ ਕੋਈ ਫਾਇਦਾ ਲੈਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਪੈਸਾ ਕਮਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਵਿਕਸਿਤ ਸਾਧਨ ਬਣ ਜਾਂਦੇ ਹਨ। ਜਿਵੇਂ ਪਹਾੜਾਂ 'ਤੇ ਵਹਿੰਦੀਆਂ ਨਦੀਆਂ ਦੇ ਜਲ ਤੋਂ ਬਿਜਲੀ ਪੈਦਾ ਕਰਕੇ ਉਸਨੂੰ ਜਦੋਂ ਅਸੀਂ ਘਰਾਂ ਵਿੱਚ ਪਹੁੰਚਾਵਾਂਗੇ ਜਾਂ ਉਦਯੋਗਾਂ ਵਿੱਚ ਲਗਾਵਾਂਗੇ ਤਾਂ ਉਹ ਇੱਕ ਵਿਕਸਿਤ ਸਾਧਨ ਬਣ ਜਾਏਗਾ। ਪਰ ਜਿੰਨੀ ਦੇਰ ਤੱਕ ਉਸਨੂੰ ਵਰਤੋਂ ਵਿੱਚ ਨਹੀਂ ਲਿਆਇਆ ਜਾਂਦਾ ਉਹ ਇੱਕ ਸੰਭਾਵਿਤ ਸਾਧਨ ਹੈ। ਉਵੇਂ ਹੀ ਉਸਨੇ ਕਿਹਾ ਹੈ ਕਿ ਧਰਤੀ ਦੇ ਹੇਠਾਂ ਖਾਨ ਦੇ ਵਿੱਚ ਦੱਬਿਆ ਹੋਇਆ ਕੋਲਾ ਕੀ ਹੈਗਾ, ਸੰਭਾਵਿਤ ਸਾਧਨ ਹੈ। ਜਦੋਂ ਖਾਨ ਦੇ ਵਿੱਚ ਦੱਬੇ ਹੋਏ ਕੋਲੇ ਨੂੰ ਖਾਨ 'ਚੋਂ ਕੱਢ ਕੇ ਧਰਤੀ ਦੇ ਉੱਪਰ ਲਿਆ ਕੇ ਕਿਸੇ ਉਦਯੋਗ ਵਿੱਚ ਵਰਤੋਂ ਵਿੱਚ ਲਿਆਇਆ ਜਾਏਗਾ ਜਾਂ ਬਿਜਲੀ ਪੈਦਾ ਕਰਨ ਦੇ ਲਈ ਉਸਦਾ ਉਪਯੋਗ ਕੀਤਾ ਜਾਏਗਾ ਤਾਂ ਉਹ ਇੱਕ ਵਿਕਸਿਤ ਸਾਧਨ ਬਣ ਜਾਏਗਾ। ਬੱਚੋ ਅੱਗੇ ਹੈ ਨੰਬਰ 3 ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਮੁੱਕਣਯੋਗ ਸਾਧਨ
ਉਹ ਸਾਧਨ ਹਨ ਜਿਨ੍ਹਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਉਹਨਾਂ ਨੂੰ ਜਲਦੀ ਖਤਮ ਕਰ ਰਹੀ ਹੈ, ਜਿਵੇਂ ਕਿ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ। ਇੱਕ ਸਮਾਂ ਅਜਿਹਾ ਆਵੇਗਾ ਜਦੋਂ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਵੇਗੀ। ਇਸ ਲਈ ਇਹਨਾਂ ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ। ਮਤਲਬ ਕਿ ਮੁੱਕਣਯੋਗ ਖਤਮ ਹੋਣ ਵਾਲੇ ਸਾਧਨ ਇਹ ਉਹ ਹਨ ਜਿਨ੍ਹਾਂ ਦਾ ਅਸੀਂ ਲਗਾਤਾਰ ਅਤੇ ਬਹੁਤ ਜਲਦੀ ਨਾਲ ਪ੍ਰਯੋਗ ਕਰ ਰਹੇ ਹਾਂ, ਜਿਵੇਂ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ ਅਤੇ ਇੱਕ ਸਮਾਂ ਅਜਿਹਾ ਆਏਗਾ ਜਦੋਂ ਇਹ ਸਾਡੇ ਕੋਲੋਂ ਖਤਮ ਹੋ ਜਾਣਗੇ। ਤਾਂ ਸਾਨੂੰ ਲੋੜ ਕੀ ਹੈ, ਇਹਨਾਂ ਦੀ ਸੋਚ ਸਮਝ ਕੇ ਅਤੇ ਜ਼ਰੂਰਤ ਦੇ ਅਨੁਸਾਰ ਇਹਨਾਂ ਨੂੰ ਪ੍ਰਯੋਗ ਦੇ ਵਿੱਚ ਲਿਆਂਦਾ ਜਾਵੇ। ਅੱਗੇ ਨੰਬਰ ਪੇਜ 3 'ਤੇ ਹੈ ਨਾ ਮੁੱਕਣਯੋਗ ਸਾਧਨ। ਉਹ ਸਾਧਨ ਹਨ ਜਿਨ੍ਹਾਂ ਦੀ ਵਰਤੋਂ ਦੇ ਨਾਲ ਨਾਲ ਉਹ ਨਵ ਵਿਆਏ ਜਾ ਰਹੇ ਹਨ। ਨਵ ਵਿਆਏ ਮਤਲਬ ਉਹਨਾਂ ਨੂੰ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਵੇਂ ਅਸੀਂ ਸੂਰਜ ਦੀ ਰੋਸ਼ਨੀ, ਹਵਾ, ਪਾਣੀ ਜਾਂ ਜੰਗਲਾਂ ਨੂੰ ਵਰਤ ਰਹੇ ਹਾਂ, ਪਰੰਤੂ ਇਹ ਖਤਮ ਨਹੀਂ ਹੁੰਦੇ। ਇਹ ਹੋਰ ਪੈਦਾ ਹੋ ਰਹੇ ਹਨ ਜਾਂ ਪੈਦਾ ਕੀਤੇ ਜਾ ਰਹੇ ਹਨ। ਇਹ ਸਾਧਨ ਲਗਾਤਾਰ ਜਾਂ ਨਿਰੰਤਰ ਉਪਲਬਧ ਹੋ ਰਹੇ ਹਨ। ਮਤਲਬ ਕਿ ਨਾ ਮੁੱਕਣਯੋਗ ਸਾਧਨ ਉਹ ਹਨ ਜਿਨ੍ਹਾਂ ਨੂੰ ਅਸੀਂ ਦੁਬਾਰਾ ਤੋਂ ਵੀ ਫਿਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਵਿੱਚ ਆਉਂਦਾ ਹੈ ਸੂਰਜ ਦੀ ਰੋਸ਼ਨੀ, ਹਵਾ, ਪਾਣੀ ਅਤੇ ਜੰਗਲ। ਇਹ ਖਤਮ ਨਹੀਂ ਹੁੰਦੇ, ਇਹਨਾਂ ਨੂੰ ਅਸੀਂ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹਨਾਂ ਨੂੰ ਹੋਰ ਵੀ ਪੈਦਾ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਅੱਗੇ ਵੀ ਇਹ ਲਗਾਤਾਰ ਪ੍ਰਾਪਤ ਹੁੰਦੇ ਰਹਿਣਗੇ। ਤਾਂ ਬੱਚਿਓ, ਇਹ ਸੀ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਇਹਨਾਂ ਦਾ ਵੀ ਮੈਂ ਤੁਹਾਨੂੰ ਇੱਕ ਚਾਰਟ ਬਣਿਆ ਹੋਇਆ ਦਿਖਾਉਣਾ ਚਾਹੁੰਦੀ ਹਾਂ। ਬੱਚਿਓ, ਆਹ ਦੇਖੋ ਤੁਸੀਂ ਬਣਿਆ ਹੋਇਆ ਚਾਰਟ, ਨੈਚੁਰਲ ਰਿਸੋਰਸ, ਜਿਹਦੇ ਇੱਕ ਪਾਸੇ ਲਿਖਿਆ ਹੋਇਆ ਹੈ ਇਨ ਐਗਜ਼ੀਕਿਊਟੇਬਲ ਰਿਸੋਰਸ ਅਤੇ ਦੂਸਰੇ ਪਾਸੇ ਲਿਖਿਆ ਹੋਇਆ ਹੈ ਐਗਜ਼ੀਕਿਊਟੇਬਲ ਰਿਸੋਰਸ। ਮਤਲਬ ਇੱਕ ਪਾਸੇ ਹੈ ਨਾ ਮੁੱਕਣਯੋਗ ਅਤੇ ਇੱਕ ਪਾਸੇ ਹਨ ਮੁੱਕਣਯੋਗ ਸਰੋਤ। ਅਤੇ ਜਿਹੜੇ ਨਾ ਮੁੱਕਣ ਵਾਲੇ ਹਨ ਉਹ ਹੈਗੇ ਨੇ ਹਵਾ, ਏਅਰ, ਹਵਾ ਮਤਲਬ ਵਾਟਰ ਮਤਲਬ ਪਾਣੀ, ਅਤੇ ਦੂਸਰੇ ਪਾਸੇ ਹੈ ਜਿਹੜੇ ਮੁੱਕਣਯੋਗ ਹਨ ਪੈਟਰੋਲੀਅਮ ਅਤੇ ਕੋਇਲਾ। ਤਾਂ ਬੱਚਿਓ, ਇਹ ਸੀ ਉਹ ਸਰੋਤ ਜਿਨ੍ਹਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀਆਂ ਚੀਜ਼ਾਂ ਮੁੱਕ ਜਾਣਗੀਆਂ ਉਹ ਕਿਹੜੀਆਂ ਹਨ ਅਤੇ ਜਿਹੜੀਆਂ ਅੱਗੋਂ ਫਿਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਉਹ ਕਿਹੜੀਆਂ ਹਨ। ਤਾਂ ਬੱਚਿਓ, ਇਹ ਇੱਕ ਟੌਪਿਕ ਸਾਡਾ ਅੱਜ ਖਤਮ ਹੁੰਦਾ ਹੈ ਅਤੇ ਇਸ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਕੁਝ ਪ੍ਰਸ਼ਨ ਦੇਣ ਜਾ ਰਹੀ ਹਾਂ ਜਿਨ੍ਹਾਂ ਦੇ ਸਹੀ ਉੱਤਰ ਤੁਸੀਂ ਚੁਣ ਕੇ ਲਿਖਣੇ ਹਨ ਆਪਣੀਆਂ ਕਾਪੀਆਂ 'ਤੇ। ਇਹਨਾਂ 3 ਪੈਰਿਆਂ ਨੂੰ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ, ਪੜ੍ਹਨਾ ਹੈ ਅਤੇ ਸਮਝਣਾ ਹੈ। ਤਾਂ ਬੱਚਿਓ ਸੁਣੋ ਇਸਦਾ ਪਹਿਲਾ ਕੁਐਸਚਨ। ਸਜੀਵ ਸੰਸਾਧਨ ਜਾਨਦਾਰ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ, ਸਹੀ ਹਨ ਜਾਂ ਗਲਤ। ਨੰਬਰ 2 'ਤੇ ਹੈਗਾ ਜਿਨ੍ਹਾਂ ਸਾਧਨਾਂ ਦਾ ਪ੍ਰਯੋਗ ਨਹੀਂ ਹੁੰਦਾ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਇਹ ਵੀ ਸਹੀ ਹੈ ਜਾਂ ਗਲਤ, ਇਹ ਤੁਸੀਂ ਦੱਸਣਾ ਹੈ ਇਸ ਪੈਰੇ ਨੂੰ ਪੜ੍ਹ ਕੇ। ਨੰਬਰ 3 'ਤੇ ਹੈ ਸੋਨਾ, ਚਾਂਦੀ, ਕੋਇਲਾ ਅਤੇ ਪੈਟਰੋਲੀਅਮ ਧਰਤੀ ਦੇ ਹੇਠਾਂ ਪਾਏ ਜਾਂਦੇ ਹਨ। ਇਹ ਵੀ ਸਹੀ ਹੈ ਜਾਂ ਗਲਤ, ਇਹ ਤੁਸੀਂ ਦੱਸਣਾ ਹੈ। ਨੰਬਰ 4 'ਤੇ ਹੈ ਨਾ ਮੁੱਕਣ ਵਾਲੇ ਸੰਸਾਧਨ ਕਿਹੜੇ ਹਨ। ਮੁੱਕਣ ਯੋਗ ਸੰਸਾਧਨ ਕਿਹੜੇ ਹਨ। ਇਹਨਾਂ ਦੇ ਵਿੱਚ 4 ਆਪਸ਼ਨ ਦਿੱਤੇ ਗਏ ਹਨ। ਬੱਚਿਓ, ਇਹ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਸਹੀ ਹੈਗਾ, ਇੱਕ ਵਿਕਲਪ ਸਹੀ ਹੈਗਾ। ਇਹ ਤੁਸੀਂ ਇਸ ਪੈਰੇ ਨੂੰ ਸਾਰੇ ਪੈਰੇ ਨੂੰ ਪੜ੍ਹ ਕੇ ਧਿਆਨ ਨਾਲ ਫਿਰ ਤੁਸੀਂ ਇਸਦਾ ਆਨਸਰ ਲਿਖਣਾ ਹੈ। ਅੱਗੇ ਨੰਬਰ 5 'ਤੇ ਹੈ ਨਾ ਮੁੱਕਣਯੋਗ ਸਾਧਨ ਡੈਸ਼, ਹਵਾ ਡੈਸ਼ ਅਤੇ ਜੰਗਲ ਹਨ। ਫਿਰ ਤੋਂ ਸੁਣ ਲਓ, ਨਾ ਮੁੱਕਣ ਵਾਲੇ ਸੰਸਾਧਨ ਖਾਲਿਸਤਾਨ ਡੈਸ਼ ਮਤਲਬ ਖਾਲਿਸਤਾਨ, ਫਿਰ ਉਹਦੇ ਅੱਗੇ ਲਿਖਿਆ ਹੋਇਆ ਹੈ ਹਵਾ, ਫਿਰ ਇੱਕ ਹੋਰ ਡੈਸ਼ ਹੈਗੀ ਖਾਲਿਸਤਾਨ ਉਹ ਅਤੇ ਜੰਗਲ ਹੈ। ਮਤਲਬ ਇਹਦੇ ਵਿੱਚ 2 ਖਾਲੀ ਜਗ੍ਹਾ ਹਨ ਜਿਨ੍ਹਾਂ 'ਤੇ ਤੁਸੀਂ ਇਹ ਉੱਤਰ ਭਰਨੇ ਹਨ ਅਤੇ ਇਹਨਾਂ ਦੇ ਆਨਸਰ ਉੱਤਰ ਤੁਹਾਨੂੰ ਇਹਨਾਂ ਪੈਰੇ ਦੇ ਵਿੱਚੋਂ ਹੀ ਮਿਲਣਗੇ। ਬੱਚਿਓ, ਅੱਜ ਦਾ ਟੌਪਿਕ ਤੁਹਾਡਾ ਖਤਮ ਹੁੰਦਾ ਹੈ।